ਸਾਡੇ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਹੋਵੇ। ਮੇਰੇ ਅਜ਼ੀਜ਼ ਭਾਈ ਭੈਣੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਅੱਜ ਤੁਹਾਡੇ ਸਨਮੁਖ ਮੈਂ ਫਿਰ ਹਾਜ਼ਰ ਹਾਂ ਔਰ 4 ਦਸੰਬਰ 2020 ਹੈ, ਜਿਹਦੇ ਲਈ ਪ੍ਰਭੂ ਦਾ ਧੰਨਵਾਦੀ ਹਾਂ ਕਿ ਉਸਨੇ ਮੈਨੂੰ ਵੀ ਔਰ ਤੁਹਾਨੂੰ ਸਭਨਾਂ ਨੂੰ ਵੀ ਜਿਉਂਦੇ ਰੱਖਿਆ ਔਰ ਮੈਨੂੰ ਅਤੇ ਤੁਹਾਨੂੰ ਸਮਾਂ ਦਿੱਤਾ ਕਿ ਅਸੀਂ ਧਰਤੀ ਦੇ ਉੱਤੇ ਹੋਰ ਉਹਦੀ ਕਿਰਪਾ ਦੇ ਨਾਲ ਜੀ ਸਕੀਏ ਔਰ ਉਸ ਦੀ ਮਹਿਮਾ ਕਰ ਸਕੀਏ। ਮੇਰੇ ਅਜ਼ੀਜ਼ੋ, ਅੱਜ ਮੇਰੇ ਕੋਲ ਪਾਤਮੋਸ ਦਾ ਸੰਦੇਸ਼ ਹੈ, ਪਾਤਮੋਸ ਦੇ ਟਾਪੂ ਦਾ ਸੰਦੇਸ਼ ਹੈ। ਭਾਵੇਂ ਮੈਂ ਇਸ ਨੂੰ ਪਹਿਲੇ ਵੀ ਪੇਸ਼ ਕਰ ਚੁੱਕਿਆ ਹਾਂ, ਲੇਕਿਨ ਅੱਜ ਜਦੋਂ ਮੈਂ ਬ੍ਰਦਰ ਬ੍ਰੈਨਹਮ ਨੂੰ ਸੁਣ ਰਿਹਾ ਸੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਕਿ ਉਸ ਨੇ ਕਿਸ ਤਰ੍ਹਾਂ ਸਾਡੇ ਯੁੱਗ ਦੇ ਨਬੀ ਨੇ ਇਸ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਹੈ। ਤੋ ਆਓ ਮੈਂ ਤੁਹਾਡੇ ਸਾਹਮਣੇ ਪ੍ਰਕਾਸ਼ ਦੀ ਪੋਥੀ ਉਹਦਾ ਪਹਿਲਾ ਅਧਿਆਇ ਔਰ ਉਸ ਦੀ 9ਵੀਂ ਆਇਤ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ। ਪ੍ਰਭੂ ਢੇਰ ਸਾਰੀ ਬਰਕਤ ਦੇਵੇ ਔਰ ਇਹਦੇ ਲਈ ਅਸੀਂ ਜ਼ਰੂਰ ਬੜੇ ਸ਼ੁਕਰਗੁਜ਼ਾਰ ਹਾਂ ਕਿ ਅੱਜ ਇਹ ਸਾਰੀਆਂ ਲਿਖਤਾਂ ਇਕੱਠੀਆਂ ਕਰਕੇ ਇੱਕ ਬਾਈਬਲ ਦੇ ਰੂਪ ਵਿੱਚ ਸਾਨੂੰ ਦੇ ਦਿੱਤੀਆਂ ਗਈਆਂ। ਲੇਕਿਨ ਅਸੀਂ ਉਹਨਾਂ ਦਿਨਾਂ ਨੂੰ ਵੀ ਯਾਦ ਕਰਦੇ ਹਾਂ ਜਦੋਂ ਆਪਣੀਆਂ ਵੱਖਰੀਆਂ ਵੱਖਰੀਆਂ ਲਿਖਤਾਂ ਲਿਖ ਰਹੇ ਸਨ, ਜਿਸ ਤਰ੍ਹਾਂ ਆਤਮਾ ਉਹਨਾਂ ਨੂੰ ਲਿਖਵਾ ਰਿਹਾ ਸੀ ਔਰ ਉਹਨਾਂ ਨੂੰ ਇਕੱਠੇ ਕਰਨ ਦੀ ਜ਼ਿੰਮੇਵਾਰੀ ਯਹੋਨਾ ਪ੍ਰਕਾਸ਼ ਦੀ ਪੋਥੀ ਲਿਖਣ ਵਾਲੇ ਨੂੰ ਮਿਲੀ। ਬੜਾ ਧੰਨਵਾਦੀ ਹਾਂ ਔਰ ਮੈਂ ਪੜ੍ਹਨਾ ਚਾਹੁੰਦਾ। ਮੈਂ ਯਹੋਨਾ ਲਿਖਿਆ ਹੈ, ਮੈਂ ਯਹੋਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਉਸ ਬਿਵਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਮਸੀਹ ਵਿੱਚ ਸਾਂਝੀ ਹਾਂ, ਪਰਮੇਸ਼ਵਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਸਾਂ ਜਿਹੜਾ ਪਾਤਮੋਸ ਕਰਕੇ ਸਦਾਉਂਦਾ ਹੈ। ਮੇਰੇ ਅਜ਼ੀਜ਼ੋ, ਇਹ ਪਾਤਮੋਸ ਦਾ ਟਾਪੂ ਜਿਹੜਾ ਹੈ, ਇਹਦੇ ਅੰਦਰ ਅਸੀਂ ਵੇਖਦੇ ਹਾਂ ਕਿ ਸਾਡੇ ਪ੍ਰਭੂ ਦਾ ਰਸੂਲ ਜਿਹੜਾ ਮਾਰਿਆ ਨਹੀਂ ਗਿਆ, ਬਲਕਿ ਉਹ ਜਿਸ ਤਰ੍ਹਾਂ ਦੂਸਰੇ ਚੇਲੇ ਮਾਰੇ ਗਏ, ਜਿਸ ਤਰ੍ਹਾਂ ਦੂਸਰੇ ਚੇਲੇ ਮਾਰੇ ਗਏ, ਉਹ ਇਸ ਤਰ੍ਹਾਂ ਨਹੀਂ ਮਾਰਿਆ ਗਿਆ। ਉਸ ਨੂੰ 1 ਦਿਨ ਅਤੇ 1 ਰਾਤ ਤੇਲ ਦੇ ਕੜਾਏ ਵਿੱਚ ਉਬਾਲਦੇ ਰਹੇ ਔਰ ਉਹ ਮਰਿਆ ਨਹੀਂ, ਬਲਕਿ ਮਸੀਹ ਯਿਸੂ ਉਸ ਦੇ ਨਾਲ ਸੀ। ਅਜ਼ੀਜ਼ੋ, ਜਦੋਂ ਉਹ ਪਾਤਮੋਸ ਦੇ ਟਾਪੂ ਵਿੱਚੋਂ ਆਇਆ, ਉੱਥੋਂ ਉਹਨੂੰ ਬੁਲਾ ਲਿਆ ਗਿਆ ਔਰ ਅਫਸਸ ਦੇ ਵਿੱਚ ਆਇਆ। ਅਫਸਸ ਵਿੱਚ ਬਹੁਤ ਸਾਰੇ ਖੁਦਾ ਦੇ ਸੇਵਕਾਂ ਨੇ, ਰਸੂਲਾਂ ਨੇ ਵੀ ਸੇਵਾ ਕੀਤੀ। ਜਿਵੇਂ ਪੌਲਸ ਵੀ ਉੱਥੇ ਸੇਵਾ ਕਰਦਾ ਰਿਹਾ ਔਰ ਉਹਦੇ ਨਾਲ ਤਿਮੋਥੀ, ਤੀਤਸ ਔਰ ਭਾਵੇਂ ਬਾਹਰਲੇ ਸਾਰੇ ਇਲਾਕਿਆਂ ਵਿੱਚ ਉਹ ਜਾਂਦੇ ਸਨ। ਲੇਕਿਨ ਮੈਨੂੰ ਲਿਖਤ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦਾ ਬਹੁਤ ਹੀ ਪਿਆਰਾ ਸੈਂਟਰ ਜਿਹੜਾ ਸੀ
ਉਹ ਅਫਸੁਸ ਸੀ, ਅਫਸੁਸ ਦੀ ਕਲੀਸਿਆ। ਔਰ ਇਹ ਬੜੇ ਪਿਆਰੇ ਲੋਕ ਸਨ ਜਿਨ੍ਹਾਂ ਨੇ ਬੜੇ ਵਧੀਆ ਢੰਗ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ ਔਰ ਉਹਦੇ ਸੇਵਕਾਂ ਰਸੂਲਾਂ ਦੀ ਆਓ ਭਗਤ ਬੜੇ ਹੀ ਵਧੀਆ ਢੰਗ ਨਾਲ ਕੀਤੀ। ਤੋ ਲਿਖਤ ਕਹਿੰਦੀ ਹੈ, यूहन्ना कह रहा है कि परमेश्वर के बचन अते यीशु की साखी के कारण उस टापू विच सां जिहड़ा पातमुस करके सदाउंदा है। और मेरे अजीजो, जदों सां शब्द आउंदा है ते ਇਹਦਾ ਮਤਲਬ ਹੈ ਵੀ ਉਹ ਟਾਪੂ ਵਿੱਚ ਸੀ, ਪਰ ਹੁਣ ਟਾਪੂ ਦੇ ਵਿੱਚ ਨਹੀਂ ਹੈ। ਹੁਣ ਉਹ ਸਾਰੀਆਂ ਲਿਖਤਾਂ ਨੂੰ ਇਕੱਠਾ ਕਰ ਰਿਹਾ ਹੈ। ਮੇਰੇ ਅਜ਼ੀਜ਼ੋ, ਮੱਤੀ ਨੇ ਲਿਖਿਆ ਹੈ ਔਰ ਪਾਤਰਸ ਨੇ ਲਿਖਿਆ ਹੈ। ਭਾਵੇਂ ਉਹਦਾ ਲੇਖਕ ਮਾਰਕੁਸ ਹੈ ਔਰ ਉਹ ਅਸਲ ਵਿੱਚ ਪਾਤਰਸ ਹੈ ਪਿੱਛੇ ਦੱਸਣ ਵਾਲਾ, ਔਰ ਫਿਰ ਲੂਕਾ ਹੈ ਜਿਹੜਾ ਰਸੂਲਾਂ ਦੇ ਨਾਲ ਨਾਲ ਘੁੰਮਦਾ ਰਿਹਾ। ਔਰ ਯਾਦ ਰੱਖੋ, ਉਹਨੇ ਵੀ ਲਿਖਤਾਂ ਲਿਖੀਆਂ ਜਿਵੇਂ ਲੂਕਾ ਦੀ ਅੰਜੀਲ। ਭਾਵੇਂ ਲੂਕਾ ਰਸੂਲ ਨਹੀਂ ਗਾ ਔਰ ਇਸ ਨੂੰ ਤੇ ਥਿਊਫਿਲਸ ਨਾਂ ਦੇ ਇੱਕ ਬੜੇ ਅਮੀਰ ਆਦਮੀ ਨੇ ਕੈਦ ਵਿੱਚੋਂ ਗੁਲਾਮੀ ਚੋਂ ਛੁਡਾ ਕੇ ਇਹਨੂੰ ਕਿਹਾ ਸੀ, ਜਿਸ ਤਰ੍ਹਾਂ ਮੇਰੇ ਪ੍ਰਭੂ ਲਈ ਹੋਇਆ ਲੂਕਾ ਉਸੇ ਤਰ੍ਹਾਂ ਤੂੰ ਲਿਖ ਦੇ। ਮੈਨੂੰ ਉਹਨੂੰ ਸੁਣਨਾ ਬਹੁਤ ਚੰਗਾ ਲੱਗਦਾ ਹੈ। ਇਸ ਕਰਕੇ ਦੋਵੇਂ ਕਿਤਾਬਾਂ ਰਸੂਲਾਂ ਦੇ ਕਰਤਬ ਲੂਕਾ ਦੀ ਅੰਜੀਲ ਦੇ ਸ਼ੁਰੂਆਤ ਵਿੱਚ ਲੂਕਾ ਹੇ ਥਿਊਫਿਲਸ ਉਪਮਾ ਜੋ ਉਹ ਬਿਆਨ ਕਰਦਾ ਹੈ। ਮੇਰੇ ਅਜ਼ੀਜ਼ੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਅੱਜ ਮੈਂ ਥੋੜਾ ਜਿਹਾ ਲੇਟ ਵੀ ਹਾਂ, ਲੇਕਿਨ ਫਿਰ ਵੀ ਤੁਹਾਡੇ ਸਨਮੁਖ ਖੜਾ ਹਾਂ, ਮੈਨੂੰ ਖੁਸ਼ੀ ਹੈ। ਔਰ ਲਿਖਤ ਕਹਿੰਦੀ ਹੈ ਕਿ यूहन्ना ਨੇ ਕਿਹਾ ਹੈ ਕਿ ਮੈਂ ਉਸ ਟਾਪੂ ਵਿੱਚ ਸਾਂ। ਉਸ ਟਾਪੂ ਦੇ ਵਿੱਚ ਉਹ ਕਿੰਨੀ ਦੇਰ ਰਿਹਾ ਇਹਦੇ ਬਾਰੇ ਮੈਂ ਦੱਸ ਨਹੀਂ ਸਕਦਾ, ਪਰ ਮੈਂ ਇਹ ਦੱਸ ਸਕਦਾ ਹਾਂ ਕਿ ਉਹਨੂੰ ਤੇਲ ਦੇ ਕੜਾਏ ਵਿੱਚ ਉਬਾਲਿਆ ਗਿਆ, ਪਰ ਉਹ ਮਰਿਆ ਨਹੀਂ। ਔਰ ਫਿਰ ਉਸ ਨੂੰ ਪਾਤਮੁਸ ਦੇ ਟਾਪੂ ਦੇ ਵਿੱਚ ਰੋਮੀ ਗਵਰਨਮੈਂਟ ਦੇ ਮੁਲਾਜ਼ਮਾਂ ਨੇ ਉੱਥੇ ਉਸ ਨੂੰ ਛੱਡ ਆਏ ਔਰ ਉਸੇ ਟਾਪੂ ਦੇ ਅੰਦਰ ਉਹ ਚੌਥੇ ਅਧਿਆਏ ਦੇ ਅੰਦਰ ਲਿਖਦਾ, ਉਹ ਮੈਂ ਆਤਮਾ ਵਿੱਚ ਆ ਗਿਆ ਔਰ ਮੈਂ ਇੱਕ ਆਵਾਜ਼ ਉੱਪਰੋਂ ਸੁਣ ਰਿਹਾ ਸੀ, हे यूहन्ना इधरों तानू आ जा। कुछ मैं लिखता तुहानू दे के ये कह रहा हाँ कि वो स्वर्ग दे विच स्वर्ग दे सारे सीनां नू वेख रहा है। सारे सीन जेडे स्वर्ग विच ने उन्हां नू प्रकाश की पोथी पहले अध्याय तो लैके 22 अध्याय तक ਉਹ ਸਾਰਾ ਕੁਝ ਵੇਖ ਰਿਹਾ ਹੈ। ਪ੍ਰਭੂ ਢੇਰ ਸਾਰੀ ਬਰਕਤ ਦੇਵੇ। ਤੋਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਲਿਖਤ ਕਹਿੰਦੀ ਹੈ, ਮੈਂ 10ਵੀਂ ਆਇਤ ਪੜ੍ਹਨੀ ਚਾਹੁੰਦਾ। ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰੀ ਗਈ ਦੀ ਇੱਕ ਆਵਾਜ਼
ਇਹ ਆਖਦੇ ਸੁਣੀ, ਭਾਈ ਜੋ ਕੁਝ ਤੂੰ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੰਤਾਂ ਅਤੇ ਸੱਤਾਂ ਕਲੀਸਿਆਂ ਨੂੰ ਘੱਲ ਦੇ, ਅਰਥਾਤ ਅਫਸਸ ਨੂੰ, ਸਮੁਰਨੇ ਨੂੰ, ਪਰਗਮਮ ਨੂੰ, ਥੁਆਤੀਰੇ ਨੂੰ ਔਰ ਸਾਰਦੀਸ, ਫਿਲਦਲਫੀਆ ਅਤੇ ਲਾਉਦੀਕੀਆ ਨੂੰ। ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਇਹਨਾਂ ਇਲਾਕਿਆਂ ਦੇ ਅੰਦਰ ਇਹ ਕਲੀਸਿਆਂ ਸਥਾਪਿਤ ਹੋ ਚੁੱਕੀਆਂ ਨੇ ਔਰ ਇਹ ਸ਼ਹਿਰ ਨੇ ਜਿਨ੍ਹਾਂ ਦੇ ਨਾਂ ਲਏ ਗਏ ਹਨ ਔਰ ਇਹ 10ਵੀਂ ਆਇਤ ਦੇ ਅੰਦਰ ਇਹ ਨਾਂ ਹਨ, ਜਿਹੜੇ 7 ਨਾਂ ਹਨ ਜਿਹੜੇ ਲਿਖੇ ਗਏ ਔਰ ਇਹਨਾਂ ਦੇ ਅੰਦਰ ਉਹ ਕਲੀਸਿਆਵਾਂ ਹਨ। ਔਰ ਮੇਰਾ ਪ੍ਰਭੂ ਯਿਸੂ ਮਸੀਹ ਯਹੂਨਾ ਨੂੰ ਕਹਿ ਰਿਹਾ ਹੈ, ਆਤਮਾ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆ ਗਿਆ। ਔਰ ਜਦ ਉਹ ਆਤਮਾ ਦੇ ਵਿੱਚ ਆ ਗਿਆ ਹੈ ਤੇ ਹੁਣ ਆਤਮਾ ਹੀ ਉਸ ਨੂੰ, ਸਾਡੇ ਪ੍ਰਭੂ ਯਿਸੂ ਮਸੀਹ ਦਾ ਆਤਮਾ ਹੀ ਉਸ ਨੂੰ ਇਹ ਸਾਰਾ ਕੁਝ ਵਿਖਾਉਂਦਾ ਹੈ ਔਰ ਕਹਿ ਰਿਹਾ ਹੈ ਕਿ ਜਦੋਂ ਮੈਂ ਆਤਮਾ ਵਿੱਚ ਆਇਆ ਮੈਂ ਆਪਣੇ ਪਿੱਛੇ ਤੁਰੀ ਜਿਹੀ ਦੀ ਇੱਕ ਆਵਾਜ਼ ਸੁਣੀ। ਆਵਾਜ਼ ਇਹ ਆਖਦੇ ਸੁਣੀ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਅਜੇ ਯਹੂਨਾ ਉੱਥੇ ਅਫਸੁਸ ਦੇ ਵਿੱਚ ਸੀ, ਅਜੇ ਉਹ ਸਾਰੀਆਂ ਇਹਨਾਂ ਪੁਸਤਕਾਵਾਂ ਨੂੰ ਲਿਖ ਰਿਹਾ ਸੀ ਔਰ ਪੋਲੀਕਾਰਪ ਉੱਥੇ ਸੀ ਔਰ ਇਹ ਸਾਰੇ ਜਿੰਨੇ ਚੇਲਿਆਂ ਤੋਂ ਮਗਰੋਂ ਵਾਲੇ ਸਨ ਉਹ ਸਾਰੇ ਉੱਥੇ ਇਕੱਠੇ ਸਨ। ਜਿਵੇਂ ਪੋਲੀਕਾਰਪ ਔਰ ਅਰੇਨੀਅਸ ਔਰ ਹੋਰ ਵੀ ਸਾਰੇ ਉੱਥੇ ਇਕੱਠੇ ਸਨ। ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਅਰੇਨੀਅਸ ਨੂੰ ਪਹਿਲਾ ਦੂਸਰਾ ਸਿਤਾਰਾ ਹੋਣ ਦੇ ਲਈ ਪ੍ਰਭੂ ਨੇ ਚੁਣਿਆ ਔਰ ਪੋਲੀਕਾਰਪ ਜੋ 80 ਸਾਲ ਦਾ ਬਜ਼ੁਰਗ ਸੀ, ਉਹਨੂੰ ਜਦੋਂ ਕਤਲ ਕਰਨ ਲੱਗੇ ਔਰ ਉਸ ਨੂੰ ਕਹਿਣ ਲੱਗੇ, ਪੋਲੀਕਾਰਪ ਯਿਸੂ ਮਸੀਹ ਨੂੰ ਛੱਡ ਦੇ, ਅਸੀਂ ਤੈਨੂੰ ਛੱਡ ਦਵਾਂਗੇ। ਯਿਸੂ ਮਸੀਹ ਨੂੰ ਮੰਨਣਾ ਛੱਡ ਦੇ, ਅਸੀਂ ਤੈਨੂੰ ਛੱਡ ਦਵਾਂਗੇ। ਔਰ ਮੇਰੇ ਅਜ਼ੀਜ਼ੋ, ਪੋਲੀਕਾਰਪ ਨੇ ਕਿਹਾ, ਉਹ 80 ਸਾਲ ਮੇਰੇ ਨਾਲ ਰਿਹਾ ਹੈ, ਉਹ 80 ਸਾਲ ਮੇਰੇ ਨਾਲ ਰਿਹਾ ਹੈ, ਮੈਂ ਉਹਨੂੰ ਛੱਡ ਨਹੀਂ ਸਕਦਾ। ਔਰ ਪੋਲੀਕਾਰਪ ਸ਼ਹੀਦ ਹੋ ਗਿਆ। ਔਰ ਪੌਲਸ ਦੇ ਮਗਰੋਂ ਅਸੀਂ ਦੇਖਦੇ ਹਾਂ ਕਿ ਦੂਸਰੇ ਸਿਤਾਰੇ और दूसरे दूत और दूसरी कलीसिया दी अगवाही करन दे लई आरेनियस है। प्रभु तुहानू बहुत वड्डी बरकत देवे। बाइबल नू पढ़न वाले प्यारे भाई भैनों, प्रभु तुहानू ढेर सारी बरकत देवे। और मैं दसना चाहता हाँ कि ये सारे उत्थे इकट्ठे सन अफसस के अंदर, क्योंकि अफसस थोड़ा सुरखियात सीगा और इत्थे हुण रोमी गवर्नमेंट हल्ला नहीं सी करदी। फिर भी मैं ये नहीं कह सकता कि रोमी गवर्नमेंट ने उन्होंने मारिया नहीं, बड़िया नू मार दिता। पर अज मैं तुहाडे सामने ये 10वीं आयत पढ़ रहा हाँ, 9वीं 10वीं, क्योंकि खुदा दे आत्मा ने मैनू ये पढ़न दे लिए दिता है। मैं उहदा धन्नवादी हाँ।
मैं प्रभु दे दिन आत्मा विच आया अते मैं अपने पिछे तुरी जई दी आवाज एक वड्डी आवाज आकाश विच आखदे सुनी। वड्डी आवाज आखदे सुनी, भाई जो कुछ तू वेखदा है सो एक पोथी विच लिख लै अते सत्तां कलीसियां नूं कल दे। और ये जिम्मेवारी सी संत रसूल यूहन्ना प्रकाश की पोथी लिखण वाले दी। और उसने किस तरह ये सब लिखतां इकट्ठियां कीतियां ने। यूहन्ना दियां खुद भी लिखतां बड़ियां सन, जिवें यूहन्ना दी अंजील, यूहन्ना दी पहली पत्री, यूहन्ना दी दूसरी पत्री, यूहन्ना दी तीसरी पत्री और यूहन्ना दे प्रकाश दी पोथी। ये सारियां चीज़ां उसने ये बहुमूल्य चीज़ां जिवें जबूर 119 की 72 आयत विच लिखा होया है, तेरी भविष्यता हे यहोवा, तेरी भविष्यता मेरे लिए सोने अते चांदी दे हजारां सिक्कियां नालों चंगी है। ये ओ सन चीज़ां जिन्हां नूं इकट्ठियां करन दे लई यूहन्ना प्रकाश की पोथी लिखण वाले नूं खुदा ने मुकर्रर कीता। प्रभु तुहानूं बहुत वड्डी बरकत देवे। तो जद उसने सारियां पुस्तकां लिखतां इकट्ठियां कीतियां जो पौलुस ने लिखियां सन, जो तिमोथियस नूं लिखियां सन, जो तीतस नूं लिखियां सन, ये सारियां लिखतां उसने इकट्ठियां करके उन्होंने अंजील दा खुशखबरी दा नाम दिता। अंजील दा मतलब है खुश खबरी, खुश खबरी। प्रभु बहुत सारी बरकत देवे। तो अज असीं समझते हैं कि जिवें वो अपनी जिम्मेवारी निभाउंदे चले गए और अपनियां जिम्मेवारियां तो इनकार नहीं किया, सिर लथ गए, मारे गए। इस जगत विच वो परदेसी सन और याद रखो उन्हां दे लई कोई भी इत्थे इस तरह रहन वाला घर नहीं सी। वो उस घर की उड़ीक कर रहे सन, उस शहर की उड़ीक कर रहे सन जिहड़ा शहर प्रकाश की पोथी 21 अध्याय के अंदर नजर आउंदा है। लो मैं तुहानूं उस शहर के बारे जरूर दसांगा। प्रभु तुहानूं भी कृपा देवे और मेरे जीवन ते भी दया करे। और इत्थे लिखत कहती है, तां मैं नवां आकाश अते नवीं धरती वेखी। यूहन्ना प्रकाश की पोथी लिखण वाला कहता है, फिर मैं नवां आकाश अते नवीं धरती वेखी, क्यों जो पहला आकाश ते पहली धरती जांदी रही अते हुण अगां नूं समुंदर है नहीं। अते मैं पवित्र नगरी नवीं यरूशलेम नूं इउं तैयार कीती हुई मानो लाड़ी अपने लाड़े लिए शिंगारी है, परमेश्वर दे कोलों आकाशों उतरदी वेख्या। यही वो नगरी है जिहड़ी पवित्र है और यही संतां दा डेरा है, यही संतां दा स्थान है जिथे प्रभु यीशु मसीह उन्हां नूं इकट्ठा कर रहा। यही दुल्हन दे लई घर है। प्रभु तुहानूं बहुत वड्डी बरकत देवे। सो असीं वेखदे हां कि प्रकाश की पोथी उसका पहला अध्याय, और जदों प्रभु ने उसनूं सद लिया और कोई ऐसा मेल मिलिया
कि वह पातमुस के टापू दे विचों अफसुस की कलीसिया वाल नूं आ गया। हुण मेरे कोल ਉਹ तस्वीरां नहीं ਹਨ ਜਿਹੜੀਆਂ मैं पातमुस के टापू ਦੀਆਂ ਤੁਹਾਨੂੰ ਵਿਖਾ ਸਕਾਂ। ਉਹ मेरे दिल विच ਹਨ, क्योंकि मैं इस बाइबल नूं जिंदगी विच प्यार कीता है। 1966 तो लैके मैं इस बाइबल नूं अपनी जान समझदा आया हाँ और 66 तो लैके 81 तक मैं एक विश्वासी के तौर ते जिंदगी गुजारी। पहले 10 साल 66 तो 76 तक मैं पेंटिकास्टल रहा और 76 तो 81 तक मैं इस मैसेज का विश्वास किया और विश्वास करके इस मैसेज के नाल चलता रहा। और 1981 तो मैनू सेवकाई मिली और अज भी मैं बजुर्ग बंदा तुहाडे सामने हाजिर हाँ। प्रभु तुहानू ढेर सारी बरकत दवे। मेरे अजीजो, तुसी जो प्रभु नू प्यार करन वाले हो, मैं दिल तो तुहानू प्यार करदा और अज भी मेरा दिल जिहड़ा है वो ये चाहुंदा है कि मेरे वडेपे का समा भी जिन्ना क प्रभु इस्तेमाल कर सकता है, जिन्नी देर वो मैनू रख सकता है, मैं उसकी सेवा विच दिन रात गुजार सकां। प्रभु तुहानू बहुत वड्डी बरकत दवे। ये लिखता असी वेखते हैं पोलीकार्प, इरेनियस और होर जिन्ने भी उत्थे इकट्ठे हुए यूहन्ना दे नाल ये सब लिखतां इकट्ठियां करके खुदा दे सेवक ने दे दित्तियां और उन्होंने जिलत कर दिता और वो एक खुशखबरी, नवे नेम की खुशखबरी इस तरह शुरू हो गई जिस तरह यूहन्ना दी अंजील 3:13 आयत विच लिखिया है, स्वर्ग नूं कोई नहीं चढ़िया बल्कि ओ जिहड़ा स्वर्ग तो उतरिया अर्थात मनुख दा पुत्र। जदों मनुख बनिया और जदों ओ बच्चे दे रूप विच बैतलहम दे अंदर आया और मैं उस चरनी नूं वेंदा रहा, उस चर्च दे अंदर खलोता रहा 1.5 घंटा। मैनू बड़ा आनंद आ रहा सी कि मैं बैतलहम दे चर्च विच खड़ा जिथे मेरा प्रभु मनुख बन के आया। यूहन्ना 3:13 स्वर्ग नूं कोई नहीं चढ़िया बल्कि ओ जेड़ा स्वर्ग तो उतरिया अर्थात मनुख दा पुत्र। मेरे भाई, मेरी भैन, मेरे बच्चों वर्गे तुसी सब प्रभु तुहानू ढेर सारी बरकत दवे। और जिन्ना क समा साडे कोलों रह गया है, जिन्ना क समा साडे प्रभु ने सानू इस धरती दे उत्ते जीण लई दिता होया है, असी उस समय नू ना गवाईए। किसी तरह में उस समय नू बचा बचा के अपने प्रभु की सेवा दे लई इस्तेमाल कर रही, क्योंकि धरती दे उत्ते साडा कोई भी स्थिर रहन वाला घर नहीं है। प्रभु ढेर सारी बरकत दवे। तो मैं बड़ा शुक्रगुजार हाँ और मैं सिर्फ तुहाडे सामने एक आयत ही और दवांगा और ये आयत है 11। भाई जो कुछ तू वेखदा है सो एक पोथी विच लिख लै
ਅਤੇ 7 ਕਲੀਸਿਆਂ ਨੂੰ ਘੱਲਦੀ। ਇਹ ਮੈਨੂੰ ਬਹੁਤ ਵਧੀਆ ਲੱਗਦਾ ਹੈ। ਜਦੋਂ ਤੁਸੀਂ ਬਾਈਬਲ ਲੈ ਕੇ ਖੜੇ ਹੁੰਦੇ ਹੋ, ਬਾਈਬਲ ਲੈ ਕੇ ਦੂਸਰੇ ਸਥਾਨਾਂ ਨੂੰ ਜਾਂਦੇ ਹੋ, ਉਹਨਾਂ ਭੁੱਖੇ ਪਿਆਸੇ ਵਚਨ ਦੇ ਭੁੱਖੇ ਪਿਆਸੇ ਭਾਈਆਂ ਭੈਣਾਂ ਦੇ ਕੋਲ ਪ੍ਰਭੂ ਤੁਹਾਨੂੰ ਇਹਦੇ ਲਈ ਢੇਰ ਸਾਰੀ ਬਰਕਤ। ਮੇਰੀ ਦੁਆ ਹੈ ਜਿਸ ਤਰ੍ਹਾਂ ਉਸਨੇ ਮੈਨੂੰ ਬਜ਼ੁਰਗੀ ਦੇ ਦਿਨਾਂ ਵਿੱਚ ਸੰਭਾਲਿਆ ਹੈ, ਉਹੀ ਮੇਰਾ ਪ੍ਰਭੂ ਤੁਹਾਡੀ ਵੀ ਬੇਹੱਦ ਮਦਦ ਕਰੇ ਔਰ ਤੁਹਾਨੂੰ ਐਸੀ ਵੱਡੀ ਦਲੇਰੀ ਦੇਵੇ ਕਿ ਤੁਸੀਂ ਇਸ ਮਰ ਰਹੀ ਦੁਨੀਆ ਨੂੰ, ਮਰ ਰਹੇ ਲੋਕਾਂ ਨੂੰ ਪ੍ਰਭੂ ਦੇ ਕੋਲ ਲੈ ਆਓ ਔਰ ਉਹਨਾਂ ਨੂੰ ਵਚਨ ਦੇ ਸਾਂਝੀ ਬਣਾ ਲਓ। ਆਓ ਦੁਆ ਕਰਾਂਗੇ। ਸਾਡੇ ਪਿਆਰੇ ਖੁਦਾਵੰਦ ਯਿਸੂ ਮਸੀਹ, ਤੇਰਾ ਬਹੁਤ ਬਹੁਤ ਧੰਨਵਾਦ ਹੋਵੇ ਪ੍ਰਭੂ। ਅੱਜ ਸੁਬਹ ਸਵੇਰ ਤੂੰ ਹੀ ਵਚਨ ਦਿੱਤਾ ਔਰ ਪ੍ਰਭੂ ਯਿਸੂ ਮਸੀਹਾ ਤੂੰ ਹੀ ਆਪਣੇ ਬੱਚਿਆਂ ਨੂੰ ਬਰਕਤ ਦੇ ਔਰ ਖੁਦਾਵੰਦ ਉਹਨਾਂ ਦਾ ਜੀਵਨ ਤੇਰੀ ਦਇਆ ਨਾਲ ਬਚ ਜਾਵੇ ਔਰ ਖੁਦਾਵੰਦ ਅਸੀਂ ਇਕੱਠੇ ਹੋ ਕੇ ਤੇਰੀ ਮਹਿਮਾ ਕਰ ਸਕੀਏ। ਧੰਨਵਾਦ ਹੋਵੇ। ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।